जी अस्सलाम वालेकुम फ्रेंड्स, आप देख रहे हैं हमारा यूट्यूब चैनल और मैं हूं आपका होस्ट तारिक सुल्तान। दोस्तों, आज इस डेयरी फार्म का आपको विज़िट करवा रहे हैं। ये बड़ा एक पाकिस्तान का एक फेमस डेयरी फार्म है। भैंसों के हवाले से अगर बात की जाए तो ये फार्म जो है ये पाकिस्तान में आप कह लें कि जो टॉप 10 के फार्म्स हैं उनमें आता है। अगर सफाई सुथराई की बात की जाए तो यहाँ पे जो सफाई का निज़ाम है वो बहुत ज़बरदस्त है। तो इस फार्म को पहले भी इसकी काफ़ी वीडियोज़ अपलोड हो चुकी हैं। अब्दुल्ला डेयरी फार्म के नाम से ये फार्म जो है ये मशहूर है। तो आपको जो अब्दुल्ला डेयरी फार्म के ऑनर हैं उनसे मिलवाते हैं, और जो दोस्तों के पहले क्वेश्चंस थे उनके आज जो ऑनर है उनसे जवाब लेके देते हैं। जी अस्सलाम वालेकुम आयशा साहब। जी वालेकुम सलाम। आयशा साहब, अपना ज़रा तारुफ करवा दो। जी तारक साहब, मेरा नाम हाजी गुलाम फरीद है। जी जी। आप साहब रोड ते अपना डेयरी फार्म है, जी जी। मियाँ अब्दुल्ला डेयरी फार्म ना तो। अच्छा, मियाँ अब्दुल्ला डेयरी फार्म जी का मेरे नाम है। बेटे दे ना तो है। जी माशाल्लाह। आयशा साहब, कितने जानवर ने मज्जां थोड़े कोल कितनी है, कितने गावां कितनी हैं? जानवर सारे टोटल तकरीबन 250 के करीब ने। अच्छा अच्छा माशाल्लाह। गावां ने कोई 30 दे राउंड, अच्छा अच्छा। बाकी कोई मज्झां ने, बाकी कोई जाज पा के टोटल 250 जानवर। अच्छा, टोटल 250 जानवर है। जी जी। माशाल्लाह। ਤੇ ਆਇਸ਼ਾ ਸਾਹਿਬ, ਇਹ ਸਾਨੂੰ ਨਜ਼ਰ ਆ ਰਿਹਾ ਡਿਫਰੈਂਟ ਪੋਰਸ਼ਨਸ ਨੇ। जी ਇਹ जी। ਜਿਹੜੇ ਤੁਸੀਂ ਕੈਟਾਗਰਾਈਜ਼ ਕੀਤਾ ਜਾਨਵਰਾਂ ਦੀ ਮੁxtਲਿਫ ਪੋਰਸ਼ਨਸ ਬਣਾਏ ਨੇ, ਇਹ ਕਿਸ ਬੇਸ ਦੇ ਉੱਤੇ ਨੇ? ਗੱਭਨ, ਪੱਛੜ ਜਾਂ ਪਰਫਾਰਮੈਂਸ ਬੇਸ ਦੇ ਉੱਤੇ? तारक साहब ਜਿਹੜੀਆਂ ਦੁੱਧ ਵਾਲੇ ਜਾਨਵਰ ਨੇ, ਦੁੱਧ ਵਾਲੇ ਦੇ ਮੁxtਲਿਫ ਕੈਟਾਗਰੀਆਂ ਨੇ, ਜੀ ਜੀ। ਜਿਨ੍ਹਾਂ ਦੀ ਹਾਈ ਮਿਲਕਿੰਗ ਹੈ ਦੁੱਧ ਦੀ, ਜੀ ਜੀ। ਜਿਨ੍ਹਾਂ ਦਾ ਜ਼ਿਆਦਾ ਦੁੱਧ ਦੀ ਐਵਰੇਜ ਹੈ, ਜੀ ਜੀ। ਉਹ ਇਹ ਵੜ ਹੈ, ਅੱਛਾ ਅੱਛਾ। ਇਹ ਪੋਸ਼ਨ ਹੈ ਉਹਦਾ। ਅੱਛਾ। ਤੇ ਇਹਨਾਂ ਦੀ ਤਕਰੀਬਨ 20 ਕਿਲੋ ਦੇ ਰਾਉਂਡ 'ਚ ਹੈ ਵੇ। 20 ਕਿਲੋ ਦੇ ਰਾਉਂਡ ਦੇ ਵਿੱਚ ਇਹਨਾਂ ਦੀ ਐਵਰੇਜ? ਹਾਂਜੀ ਐਵਰੇਜ ਆ ਰਹੀ ਹੈ ਇਹਨਾਂ ਦੀ। ਅੱਛਾ। ਜੀ ਜੀ। ਤੇ ਆਇਸ਼ਾ ਸਾਹਿਬ, ਇਹ 20 ਕਿਲੋ ਦੀ ਐਵਰੇਜ ਜਿਹੜੀ ਹੈ ਮੱਝਾਂ ਦੇ ਵਿੱਚ ਬਹੁਤ ਜ਼ਬਰਦਸਤ ਹੈ। ਮਤਲਬ ਇਹ ਕਹਿ ਲਓ ਕਿ ਪਾਕਿਸਤਾਨ ਦੇ ਵਿੱਚ ਤੁਹਾਡਾ ਅਗਰ ਐਵਰੇਜ ਵਾਈਜ਼, ਪ੍ਰੋਡਕਸ਼ਨ ਵਾਈਜ਼ ਫਾਰਮ ਦੀ ਨੰਬਰਿੰਗ ਕੀਤੀ ਜਾਵੇ ਤਾਂ ਤੁਸੀਂ ਪਹਿਲੇ ਜਾਂ ਦੂਸਰੇ ਨੰਬਰ ਤੇ ਆਉਂਦੇ ਹੋ। ਜੀ ਬਿਲਕੁਲ, ਇਨਸ਼ਾਅੱਲਾ ਉਮੀਦ ਕਰਦੇ ਹਾਂ ਅੱਲਾ ਦੇ ਘਰ ਦੇ। ਜੀ। ਅੱਛਾ ਆਇਸ਼ਾ ਸਾਹਿਬ, ਇਹ ਦੱਸਿਆ ਜੇ ਕਿ ਇਸ ਜਿਹੜਾ ਇਹ ਪੋਰਸ਼ਨ ਹੈ ਤੇ ਕਿੰਨੇ ਜਾਨਵਰ ਨੇ? ਇੱਥੇ ਤਕਰੀਬਨ 30 ਜਾਨਵਰ ਨੇ ਜੀ। ਅੱਛਾ, 30 ਮੱਝਾਂ ਨੇ ਇੱਥੇ। ਜੀ ਜੀ। ਤੇ ਸਾਰਿਆਂ ਦੀ ਐਵਰੇਜ ਜਿਹੜੀ ਉਹ 20 ਹੈ? ਤਕਰੀਬਨ ਹਾਂ ਤਕਰੀਬਨ, ਮਤਲਬ ਕੋਈ 19 20। 20 ਦੇ ਰਾਉਂਡ 'ਚ ਫਿਰਦੀ ਹੈ ਪਈ। अच्छा अच्छा। ਕਦੀ ਕੋ ਮਤਲਬ ਚੁਆਈ ਦੇ ਟਾਈਮ ਵੀ ਦੇਖੋ ਨਾ, ਇੱਕ ਟਾਈਮ ਬਾਅਦ का 10 किलो प्लस हो गया, बाद के 10 किलो घट गया, बाद का 19.5 हो गया, 19 हो गया, 20 हो गया, 20.5 हो गया, ਇਹਦੇ ਰਾਉਂਡ ਫਿਰਦੀ ਹੈ। ਅੱਛਾ ਅੱਛਾ ਮਾਸ਼ਾਅੱਲਾ। ਜੀ ਭਾਈ ਜੀ। ਸਾਹਿਬ, ਇਹਨਾਂ ਨੂੰ ਤੁਸੀਂ ਕੋਈ ਖਾਸ ਕਿਸਮ ਦਾ ਪ੍ਰੋਟੋਕੋਲ ਲਾ ਰਹੇ ਹੋ? ਕੀ ਕਰ ਰਹੇ ਹੋ? ਇਤਨੀ ਐਵਰੇਜ, ਬਹੁਤ ਜ਼ਬਰਦਸਤ ਐਵਰੇਜ ਹੈ। ਖਾਸ ਇਹਨਾਂ ਦੀ ਟਹਿਲ ਖਿਦਮਤ ਹੀ ਹੈ। ਕੁਝ ਮੱਝਾਂ ਦੀ ਜਦੋਂ ਖਰੀਦਦਾਰੀ ਕੀਤੀ ਹੈ, ਅੱਛੀਆਂ ਮੱਝਾਂ ਲਈਆਂ ਨੇ। ਅੱਛਾ ਕੋਸ਼ਿਸ਼ ਕਰਕੇ ਜਿਹੜੀਆਂ ਅੱਛੇ ਦੁੱਧ ਵਾਲੀਆਂ ਮੱਝਾਂ ਨੇ ਉਹ ਲਈਆਂ ਨੇ। ਅੱਛਾ। ਦੂਸਰਾ ਇਹ ਵੇ ਕਿ ਇਹਨਾਂ ਦਾ ਵੰਡਾ ਛੰਡੇ ਦੀ ਐਵਰੇਜ ਕਾਫੀ ਅੱਛੀ ਰੱਖੀ ਹੈ। ਵੰਡਾ ਆਪਣਾ ਖੁਦ ਤਿਆਰ ਕਰ ਰਹੇ ਹਾਂ ਅਸੀਂ। ਅੱਛਾ। ਪਹਿਲੇ ਵੀ ਇੱਕ ਦੋ ਵੀਡੀਓ ਬਣੀ, ਉਹਦੇ ਵਿੱਚ ਦੱਸਿਆ ਦੋਸਤਾਂ ਨੂੰ। ਹੂੰ। ਤੇ ਵੰਡਾ ਵੀ ਕਾਫੀ ਐਵਰੇਜ ਇਹਨਾਂ ਨੂੰ, ਇੱਕ ਟਾਈਮ 2 ਟਾਈਮ ਦਾ ਵੰਡਾ ਇਹਨਾਂ ਨੂੰ ਮੈਕਸਿਮਮ 8 ਕਿਲੋ ਵੰਡਾ ਖਾ ਰਹੇ ਨੇ ਜਾਨਵਰ। ਅੱਛਾ, ਇੱਕ ਜਾਨਵਰ ਨੂੰ ਤੁਸੀਂ 8 ਕਿਲੋ ਵੰਡਾ ਪਾ ਰਹੇ ਹੋ? 2 ਟਾਈਮ 'ਚ ਦੋ ਟਾਈਮ 4 ਕਿਲੋ ਟਾਈਮ ਦਾ, ਉਹ 4 8 ਕਿਲੋ ਵੰਡਾ। ਅਸੀਂ ਤਕਰੀਬਨ ਤੀਸਰਾ ਹਿੱਸਾ ਦੁੱਧ ਦਾ ਜਿਹੜਾ ਨਾ ਜੀ ਐਵਰੇਜ ਵੰਡਾ ਪਾ ਰਹੇ ਹਾਂ। ਅੱਛਾ ਅੱਛਾ। ਅਗਰ 20-22 ਕਿਲੋ ਜਾਨਵਰ ਦੁੱਧ ਦੇ ਰਿਹਾ ਤੇ ਉਹਨੂੰ 8 ਕਿਲੋ ਦਾ ਰਾਉਂਡ ਵੰਡ ਪਾ ਰਹੇ ਹਾਂ। ਤਕਰੀਬਨ 8 ਕਿਲੋ ਦੇ ਰਾਉਂਡ 'ਚ। ਹੂੰ। 7.5 ਪੌਣੇ 8 ਕਿਲੋ ਦੇ ਰਾਉਂਡ 'ਚ ਵੰਡ ਉਹਨਾਂ ਨੂੰ 2 ਟਾਈਮ ਦਾ ਆ ਜਾਂਦਾ। ਅੱਛਾ ਅੱਛਾ। ਵੰਡ ਅਸੀਂ 2 ਟਾਈਮ ਪਾਉਂਦੇ ਹਾਂ। ਅੱਛਾ। ਤੇ ਮਾਸ਼ਾਅੱਲਾ ਅਲਹਮਦੁਲਿਲਾ, ਅੱਲਾ ਦਾ ਖਾਸ ਫਜ਼ਲ ਹੈ, ਬਿਹਤਰੀਨ ਮਾਮਲਾ ਜਾ ਰਹੇ ਨੇ। ਅੱਛਾ, ਤੁਸੀਂ ਇਹ ਥੱਲੇ ਮੈਟ ਪਾਏ ਨੇ, ਜੀ ਜੀ। ਇਹ ਮੈਟ ਪਾਉਣ ਦਾ ਕੀ ਮਕਸਦ ਹੈ? ਇਸ ਨਾਲ ਕੋਈ ਐਵਰੇਜ ਉੱਤੇ ਜਾਂ ਕੋਈ ਜਾਨਵਰਾਂ ਨੇ ਕੋਈ ਫਰਕ ਪਿਆ? ਬਹੁਤ ਅੱਛਾ ਸਵਾਲ ਕੀਤਾ ਤੁਸੀਂ। ਜੀ ਜੀ। ਮੈਟ ਪਾਉਣ ਤੋਂ ਪਹਿਲੇ ਤਕਰੀਬਨ ਨਾ ਜੀ 18 ਕਿਲੋ ਦੀ ਐਵਰੇਜ ਸੀ। ਅੱਛਾ। ਤੇ ਉਹ ਮੈਟ ਪਾਉਣ ਨਾਲ ਪਲੱਸ 2 ਕਿਲੋ ਦੀ ਐਵਰੇਜ ਤਕਰੀਬਨ ਫੀ ਜਾਨਵਰ ਕਰ ਗਿਆ ਹੈ। ਅੱਛਾ, ਜੀ ਮਤਲਬ ਇਹ ਕਿ ਮੈਟ ਦੇ ਨਾਲ ਜਾਨਵਰਾਂ ਨੇ ਦੁੱਧ ਵਧਾਇਆ, ਬਿਹਤਰ ਕੀਤਾ। ਬਿਹਤਰ ਕੀਤਾ। ਵੇਖੋ ਨਾ ਜੀ, ਮੈਟ ਮਤਲਬ ਜਿਹੜਾ ਨਾ ਇੱਕ ਨਰਮ ਹੈ, ਬਿਹਤਰੀਨ ਜਿਹਾ ਮੈਟ ਬਣਿਆ ਹੈ। ਜੀ ਜੀ। ਤੇ ਇਹਦੇ ਤੇ ਜਾਨਵਰਾਂ ਨੂੰ ਆਰਾਮ ਜ਼ਿਆਦਾ ਮਿਲ ਜਾਂਦਾ ਹੈ। ਇਹ ਅਸੀਂ ਰਾਤ ਨੂੰ ਪਾਉਂਦੇ ਹਾਂ ਵੈਸੇ, ਅੱਛਾ। ਤੇ ਸ਼ਾਮ ਨੂੰ ਹੀ ਪਾਈਦੇ ਨੇ। ਦਿਨੇ ਜਾਨਵਰ ਜਿਹੜੇ ਨੇ ਧੁੱਪੇ ਹੁੰਦੇ ਨੇ, ਕੱਚੇ ਵਾੜਿਆਂ ਦੇ ਵਿੱਚ ਹੂੰ। ਬਾਹਰ ਹੁੰਦੇ ਨੇ। ਹੁਣ ਚੁਆਈ ਦੇ ਟਾਈਮ ਇੱਥੇ ਆ ਗਏ ਨੇ। ਆ ਚੁਆਈ ਕਰਕੇ ਫਿਰ ਵਾਪਸ ਇਹਨਾਂ ਚਲੇ ਜਾਣਾ, ਉਧਰ ਪਾਣੀ ਸ਼ਾਣੀ ਪੀਣਗੇ, ਝੱਟ ਬਹਿਣ ਖਲੋਣਗੇ। ਮਗਰਬ ਤੋਂ ਬਾਅਦ ਦੁਬਾਰਾ ਫਿਰ ਇੱਧਰ ਮਤਲਬ ਸ਼ਿਫਟ ਕਰਾਂਗੇ ਅਸੀਂ। ਮਤਲਬ ਇਹ ਸਰਦੀ ਦੇ ਵਿੱਚ ਤੁਹਾਡੀ ਇਹ ਰੂਟੀਨ ਹੈ ਕਿ ਦਿਨ ਨੂੰ ਜਾਨਵਰ ਬਾਹਰ ਧੁੱਪ ਤੇ ਹੁੰਦੇ ਨੇ? ਹਾਂਜੀ। ਦੋਸਤਾਂ ਨੂੰ ਵਿਖਾਉਂਦੇ ਜਾਈਏ ਕਿ ਬਾਹਰ ਜਿਹੜੀ ਜਗ੍ਹਾ ਨਜ਼ਰ ਆ ਰਹੀ ਹੈ ਨਾ, ਇਹ ਜਾਨਵਰਾਂ ਦੇ ਦਿਨ ਟਾਈਮ ਦੀ ਹੈ। ਜਿਹੜੇ ਵਾੜੇ ਖਾਲੀ ਨਜ਼ਰ ਆ ਰਹੇ ਨੇ ਪੋਰਸ਼ਨ, ਇਸ ਦੇ ਵਿੱਚ ਇਹ ਜਾਨਵਰ ਦਿਨ ਨੂੰ ਹੁੰਦੇ ਨੇ ਸਨਸ਼ਾਈਨ ਵਾਸਤੇ, ਔਰ ਉਸ ਤੋਂ ਬਾਅਦ ਮਿਲਕਿੰਗ ਇਹਨਾਂ ਦੀ ਇੱਥੇ ਹੁੰਦੀ ਹੈ। ਬੜੀ ਜ਼ਬਰਦਸਤ ਕਿਸਮ ਦਾ ਸਫਾਈ ਵਾਲਾ ਨਿਜ਼ਾਮ ਹੈ, ਔਰ ਰਾਤ ਨੂੰ ਇਹ ਜਾਨਵਰ ਜਿਹੜੇ ਨੇ ਚੁੱਕ ਸਰਦੀ ਹੈ, ਇਹ ਫਿਰ ਦੁਬਾਰਾ ਇੱਥੇ ਆ ਜਾਂਦੇ ਨੇ। ਭਾਈ ਸਾਹਿਬ, ਇਸ ਤੇ ਵੰਡਾ ਜਿਹੜਾ ਤੁਹਾਡਾ ਫਾਰਮੂਲਾ, ਉਹ ਜੋ ਕਿ ਅਸੀਂ ਵੀਡੀਓ ਬਣਾਈ ਸੀ ਗਰਮੀ ਦੇ ਵਿੱਚ ਨਾ, ਜੀ ਜੀ। ਤੇ ਉਹਦੇ ਵਿੱਚ ਜਿਹੜੀ ਚੀਜ਼ਾਂ ਨੇ ਉਹ ਅਸੀਂ ਕਾਫੀ ਦੋਸਤਾਂ ਦੇ ਨਾਲ ਸ਼ੇਅਰ ਕਰ ਦਿੱਤੀਆਂ। ਸਰਦੀ ਔਰ ਗਰਮੀ 'ਚ ਕੁਝ ਤਬਦੀਲੀ ਆਉਂਦੀ ਜਾਂ ਸੇਮ ਹੀ ਰਹਿੰਦਾ? ਤਕਰੀਬਨ ਸੇਮ ਹੀ ਰਹਿੰਦਾ। ਗਰਮੀਆਂ ਦੇ ਵਿੱਚ ਅਸੀਂ ਸਰੋਂ ਦਾ ਤੇਲ ਵਿੱਚ ਐਡ ਕਰਦੇ ਹਾਂ। ਅੱਛਾ।
ਵੰਡੇ ਦੇ ਵਿੱਚ ਉਸ ਤਰ੍ਹਾਂ ਹੀ ਨਾ ਜੀ 4-5 ਕਿਲੋ ਇੱਕ ਹੌਦੀ 'ਚ ਵੰਡੇ ਦਾ ਤੇਲ ਸਰੋਂ ਦਾ ਸੁੱਟ ਦਿੰਦੇ ਆ। ਅੱਛਾ ਉਹ ਸਰਦੀ 'ਚ ਅਸੀਂ ਤੇਲ ਬੰਦ ਕਰ ਦਿੰਦੇ ਆ। ਅੱਛਾ, ਸਰਦੀ ਤੇਲ ਬੰਦ ਕਰ ਦਿੰਦੇ ਬਾਕੀ ਵੰਡਾ ਤਕਰੀਬਨ ਉਹੀ ਹੁੰਦਾ ਹੈ। ਜ਼ਬਰਦਸਤ। ਤੇ ਜਾਂ ਗਰਮੀ ਦੇ ਵਿੱਚ ਜਿਹੜੀ ਇਹ ਵੜੇਵਿਆਂ ਦੀ ਖਲ ਹੈ ਉਹ ਬੰਦ ਕਰ ਦਈਦੀ, ਉਸ ਟਾਈਮ ਉਹ ਪੁਰਾਣੀ ਹੋ ਜਾਂਦੀ ਏ, ਅੱਛੀ ਖਲ ਨਹੀਂ ਹੁੰਦੀ, ਉਸ ਟਾਈਮ ਉਹ ਬੰਦ ਕਰ ਦਈਦੀ ਏ। ਅੱਛਾ, ਬਾਕੀ ਤਕਰੀਬਨ ਮਿਲਦਾ ਜੁਲਦਾ ਹੀ ਹੈ, ਗਰਮੀਆਂ ਸਰਦੀਆਂ ਦਾ ਵੰਡਾ ਕੋਈ ਏਡਾ ਫਰਕ ਨਹੀਂ ਅਸੀਂ ਪਾਇਆ। ਅੱਛਾ ਅੱਛਾ, ਗਰਮੀਆਂ ਸਰਦੀਆਂ ਦੇ ਵੰਡੇ 'ਚ ਕੋਈ ਖਾਸ ਫਰਕ ਨਹੀਂ। ਜੀ ਜੀ। ਤੇ ਤੁਹਾਡਾ ਸਾਰਾ ਨਿਜ਼ਾਮ ਜਿਹੜਾ ਚੂੰਕਿ ਕਮਰਸ਼ੀਅਲ ਤਰਜ਼ ਦਾ ਇੱਕ ਫਾਰਮ ਹੈ, ਜੀ ਔਰ ਜੀ ਤੁਸੀਂ ਸ਼ੌਕ ਵੀ ਕਰਦੇ ਹੋ, ਮੇਲਿਆਂ ਸ਼ੇਲਿਆਂ ਦੇ ਵਿੱਚ ਅਲਹਮਦੁਲਿਲਾ ਦੇ ਵਿੱਚ ਵੀ ਹਿੱਸਾ ਲੈਂਦੇ ਹੋ। ਮੇਲਿਆਂ 'ਚ ਵੀ ਚੁਆਈਆਂ 'ਚ ਹਿੱਸਾ ਲੈ ਰਹੇ ਹਾਂ। ਜੀ ਫਿਲਹਾਲ ਬੜੇ ਅੱਛੇ ਨੰਬਰਾਂ 'ਚ ਤੇ ਨਹੀਂ ਆਏ ਹੈ, ਦੂਸਰੇ ਨੰਬਰ 'ਚ ਵੀ ਇੱਕ ਦਫਾ ਆਏ ਆ, ਇੱਕ ਦਫਾ ਤੀਸਰੇ ਨੰਬਰ 'ਚ ਆਏ ਆ, ਤੇ ਅਜੇ ਪਹਿਲੇ ਨੰਬਰ ਦੀ ਨਹੀਂ ਅੱਲਾ ਨੂੰ ਮਨਜ਼ੂਰੀ ਹੋਈ। ਇਨਸ਼ਾਅੱਲਾ ਕੋਸ਼ਿਸ਼ ਜਾਰੀ ਹੈ, ਅੱਲਾ ਫਜ਼ਲ ਕਰੇਗਾ। ਜੀ ਜੀ। ਤੇ ਐਸਾ ਵੀ ਸਾਰਾ ਨਿਜ਼ਾਮ ਜਿਹੜਾ ਹੈ ਇਹ ਤੁਹਾਡਾ ਸਬ ਚਾਰੇ ਤੇ ਸਾਇਲੇਜ ਤੇ ਕਿਸ ਸ਼ੈ ਤੇ ਮਤਲਬ ਇੱਕ ਟਾਈਮ ਸਬਜ਼ ਚਾਰਾ ਪਾਈਦਾ, ਇੱਕ ਟਾਈਮ ਅਸੀਂ ਸੈਲਜ ਪਾਉਂਦੇ ਆ। ਸੁਬਾਹ ਸੈਲਜ ਤੇ ਤੂੜੀ ਐਡ ਕਰਕੇ ਪਾ ਦੇਈਦੀ ਏ। ਅੱਛਾ। ਤੇ ਇਹ ਹੁਣ ਚੁਆਈ ਤੋਂ ਬਾਅਦ ਫੌਰਨ ਜਿਹੜਾ ਸਬਜ਼ ਚਾਰਾ ਤੇ ਤੂੜੀ ਐਡ ਕਰਕੇ ਪਾ ਲੈਣੀ। ਸਬਜ਼ ਚਾਰਾ ਜਿਹੜਾ ਸਟਾਲਾ ਹੈ, ਜਿਹਨੂੰ ਬਰਸੀਮ ਵੀ ਲੋਕੀ ਆਂਦੇ ਨੇ, ਤੇ ਮਕਈ ਹੈ, ਮਿਕਸ ਕਰਕੇ ਮਤਲਬ ਕੁਤਰਾ ਕਰਨਾ ਇਹਦਾ। ਤੇ ਉਹ ਕੁਤਰਾ ਹੋਣ ਤੋਂ ਬਾਅਦ ਮਤਲਬ ਤੂੜੀ ਹਲਕੀ ਜਿਹੀ ਨਾਲ ਟੱਚ ਦੇ ਕੇ ਤੇ ਉਹ ਇਹਨਾਂ ਜਾਨਵਰਾਂ ਨੂੰ ਪੈ ਜਾਣਾ। ਤੇ ਅੱਛਾ, ਵੰਡਾ ਕਿਸ ਤਰ੍ਹਾਂ ਪਾਉਂਦੇ ਹੋ? ਸਾਵੇ ਚਾਰੇ ਤੇ ਸਾਇਲੇਜ ਦੇ ਵਿੱਚ? ਵੰਡਾ ਅਸੀਂ ਸਿਰਫ ਤੂੜੀ ਤੇ ਪਾਣਾ ਹੈ। ਸਿਰਫ ਤੂੜੀ ਤੇ? ਹਾਂਜੀ। ਅੱਛਾ, ਵੰਡਾ ਇਹ ਦੇਖੋ ਨਾ, ਮੈਂ ਤੁਹਾਨੂੰ ਦਿਖਾਣਾ ਜੀ ਜੀ, ਇਹ ਕੈਮਰਾ। ਹਾਂਜੀ, ਇਹ ਤੂੜੀ ਪਾਈ ਹੈ, ਹਲਕੀ ਹਲਕੀ ਤੂੜੀ ਫੀ ਮੱਝ ਦੇ ਹਿਸਾਬ ਨਾਲ। 2 ਮੱਝਾਂ ਨੂੰ ਇੰਨੀ ਕੁ ਤੂੜੀ ਪਾਤੀ ਹੈ ਤੇ ਵੰਡ ਪਾ ਦੇਣਾ ਇਕੱਠਾ ਕਰਕੇ। ਤਕਰੀਬਨ ਮੇਰਾ ਖਿਆਲ 2 ਕਿਲੋ ਤਾਂ ਹੋਣੀ ਹੈ। 2-2.5 ਕਿਲੋ ਤੂੜੀ ਹੈ ਤੇ ਆਪਣਾ ਇਹਦੇ ਉੱਤੇ ਵੰਡ ਪੈ ਜਾਣਾ 2 ਜਾਨਵਰਾਂ ਦਾ ਇਕੱਠਾ। ਅੱਛਾ। ਉਹ ਦੋਵਾਂ ਨੇ 2 ਜਾਨਵਰਾਂ ਨੂੰ ਵੰਡ ਪਾਉਣ ਦਾ ਇੱਕ ਬਹੁਤ ਬੈਨੀਫਿਟ ਮਿਲਦਾ ਹੈ। ਜੀ ਜੀ। ਉਹ ਜਾਨਵਰ ਇੱਕ ਦੂਜੇ ਨਾਲ ਨਾ ਜਿੱਦਮ ਜਿੱਦੀ ਹੋ ਕੇ ਖਾ ਲੈਂਦਾ ਹੈ, ਨਖਰੇ ਨਹੀਂ ਕਰਦਾ ਜਾਨਵਰ। ਮੁੰਡਾ ਹਾਂ, ਦੋਨਾਂ ਜਾਨਵਰਾਂ ਨੂੰ ਇਕੱਠਾ ਵੰਡ ਪੈ ਜਾਣਾ। ਤੇ ਇਸ ਤਰ੍ਹਾਂ ਹੀ ਅਸੀਂ ਟੋਟਲ ਇਸ ਤਰ੍ਹਾਂ ਹੀ ਕੀਤਾ ਹੈ। ਖੁਰਲੀ 'ਚ ਥੋੜੀ ਥੋੜੀ ਤੂੜੀ ਪਾ ਦੇਈਦੀ ਅੱਗੇ, 2-2 2.5 ਕਿਲੋ, 3-3 ਕਿਲੋ, 2.5 ਕਿਲੋ ਦੇ। ਮੇਨ ਤੋਲ ਤੇ ਨਹੀਂ, ਅੰਦਾਜ਼ਾ ਨਹੀਂ ਕਰੀਦਾ। ਅੱਛਾ ਅੱਛਾ ਜੀ। ਅੱਛਾ, ਆਖਿਆ ਜਾਂਦਾ ਹੈ ਕਿ ਪਹਿਲੇ ਤੁਸੀਂ ਕਿਉਂਕਿ ਜਿਹੜੀ ਵੀਡੀਓ ਅਸੀਂ ਬਣਾਈ ਸੀ ਉਹਦੇ ਵਿੱਚ ਤੁਸੀਂ ਵੰਡਾ ਭਗੋ ਕੇ ਪਾ ਰਹੇ ਸੀ। ਜੀ ਜੀ। ਤੇ ਹੁਣ ਕਿਉਂਕਿ ਮੌਸਮ ਸਰਦ ਆ ਰਿਹਾ, ਸਰਦੀ ਦੇ ਵਿੱਚ ਵੀ ਤੁਹਾਡੀ ਰੁਟੀਨ ਇਹੀ ਰਹਿੰਦੀ ਹੈ? ਵੰਡਾ ਹੀ ਭਿਉਂ ਕੇ ਪਾਣਾ ਦੋਨੇ ਟਾਈਮ ਪੇ ਕੇ, ਔਰ ਤਕਰੀਬਨ 12 ਘੰਟੇ ਵੰਡਾ ਪੈਣਾ ਹੈ। ਅੱਛਾ, 12 ਘੰਟੇ ਵੰਡਾ ਪੈਣਾ ਹੈ। ਹੁਣ ਪਿਛਲਾ ਵੰਡਾ ਪੈ ਗਿਆ, ਨਾਲ ਹੀ ਹੁਣ ਅਗਲਾ ਵੰਡਾ ਅਸੀਂ ਭੇ ਦੇਣਾ। ਤੇ ਅਸੀਂ ਤਾਂ ਬਿਹਤਰ ਹੀ ਪਸੰਦ ਕਰਦੇ ਹਾਂ, ਵੰਡਾ ਭੇ ਕੇ ਪਾਉਣਾ ਚਾਹੀਦਾ। ਕੁਝ ਦੋਸਤ ਸੁੱਕਾ ਵੰਡਾ ਪਾਉਂਦੇ ਨੇ, ਹਰ ਬੰਦੇ ਦੀ ਆਪਣੀ ਆਪਣੀ ਵੰਡ ਹੈ ਜੀ ਕੰਮ ਦੀ। ਸਾਨੂੰ ਤੇ ਇਹੀ ਬਿਹਤਰ ਲੱਗਦਾ ਹੈ, ਤੇ ਇਹਦੇ 'ਚ ਸਾਨੂੰ ਦੁੱਧ ਦੀ ਐਵਰੇਜ ਵੀ ਅੱਛੀ ਰਹਿੰਦੀ ਹੈ। ਜਾਨਵਰ ਖਾਂਦਾ ਵੀ ਸ਼ੌਕ ਨਾਲ, ਜਾਨਵਰ ਵੀ ਸ਼ੌਕ ਨਾਲ ਖਾਂਦਾ ਹੈ, ਨਾਲੇ ਗਲ ਜਾਂਦਾ ਨਾ ਜੀ ਪਾਣੀ ਦੇ ਵਿੱਚ, ਅੱਛੇ ਤਰੀਕੇ ਨਾਲ ਵੰਡਾ ਗਲ ਜਾਂਦਾ। ਜਾਨਵਰ ਨੂੰ ਖਾਣ ਦੇ ਬਾਅਦ ਫੌਰਨ ਹਜ਼ਮ ਹੋਣ ਜਲਦੀ ਹੋ ਜਾਂਦਾ ਹੈ ਜੀ। ਉਸ ਤੋਂ ਇਲਾਵਾ ਇਹ ਜਾਨਵਰ ਜਿਹੜੇ ਤੁਹਾਡੇ ਆਪਣਾ, ਇੱਕ ਤਾਂ ਤੁਸੀਂ ਸਿਲੈਕਸ਼ਨ ਬੜੀ ਜ਼ਬਰਦਸਤ ਕੀਤੀ, ਕੁਝ ਜਾਨਵਰ ਤੁਹਾਡੇ ਪੁਰਾਣੇ ਆ ਰਹੇ ਨੇ ਜਿਹੜੇ ਸਾਡੇ ਕੋਲ ਆਪਣੇ ਘਰ ਦੇ ਸੂ ਕੇ ਆ ਰਹੇ ਨੇ, ਕੁਝ ਇਸ ਤਰ੍ਹਾਂ ਹੀ ਕੋਈ ਸੇਲ ਵੀ ਵਿੱਚ ਹੋ ਜਾਂਦੇ ਨੇ। ਕੋਈ ਦੋਸਤ ਭਾਈ ਨੂੰ ਕਿਸੇ ਨੂੰ ਕੋਈ ਪਸੰਦ ਆਉਂਦਾ ਜਾਨਵਰ ਤੇ ਉਹ ਸੇਲ ਵੀ ਕਰ ਦਈਦਾ। ਤੇ ਮਜ਼ੀਦ ਫਿਰ ਅੱਗੋਂ ਖਰੀਦੋ ਫਰੋਖਤ ਚੱਲਦੀ ਰਹਿੰਦੀ ਹੈ, ਖਰੀਦੋ ਵੀ ਚੱਲਦੀ ਨੇ, ਫਰੋਖਤ ਵੀ ਚੱਲਦਾ ਰਹਿੰਦਾ ਨਿਜ਼ਾਮ ਨਾਲ ਸ਼ੁਗਰ ਮੇਲਾ ਰੱਖਿਆ ਹੈ। ਸਾਡਾ ਵਪਾਰ ਦਾ ਕੰਮ ਤੇ ਨਹੀਂ ਹੈ, ਲੇਕਿਨ ਕੋਈ ਅੱਛਾ ਸ਼ੌਕੀਨ ਹਜ਼ਰਾਤ ਕੋਈ ਦੋਸਤ ਭਾਈ ਨੂੰ ਚਾਹੀਦੀ ਹੈ ਤੇ ਉਹਨਾਂ ਨੂੰ ਮੱਝ ਵਿੱਚੋਂ ਸੇਲ ਹੋ ਜਾਂਦੀ ਹੈ। ਜੀ ਜੀ। ਚਲੋ ਤੁਸੀਂ ਆਪਣਾ ਜ਼ਰਾ ਕੰਟੈਕਟ ਨੰਬਰ ਸ਼ੇਅਰ ਕਰੋ ਜੀ। ਮੇਰਾ ਕੰਟੈਕਟ ਨੰਬਰ ਜੇ 0300 ਜੀ ਜੀ 55 56 056। 0300 ਪੂਰਾ 55 ਹਾਂਜੀ, 0300 ਪੂਰਾ 55 56 056। ਇਹ ਦੋਸਤੋਂ ਨੂੰ ਜ਼ਰਾ ਤੁਹਾਡਾ ਕੰਟੈਕਟ ਨੰਬਰ ਵੀ ਸ਼ੇਅਰ ਹੋ ਗਿਆ। ਇਸ ਤੋਂ ਬਾਅਦ ਇਨਸ਼ਾਅੱਲਾ ਤਾਲਾ ਤੁਹਾਨੂੰ ਜ਼ਰਾ ਹਾਈ ਸਾਹਿਬ ਦਾ ਬਾਕੀ ਜਾਨਵਰ ਜਿਹੜੇ ਉਹਨਾਂ ਦਾ ਸ਼ੌਕ ਕਰਵਾਉਂਦੇ ਆ। ਤੇ ਇਹ ਸਾਰੇ ਜਿਹੜੇ ਤੁਹਾਡੇ ਕੋਲ ਟੋਟਲ 250 ਜਾਨਵਰ ਹੈ, ਤੇ ਇਹਨਾਂ ਤੇ ਖਾਦਮੀਨ ਕਿਤਨੇ ਨੇ, ਇਹਨਾਂ ਮਤਲਬ ਮੁਲਾਜ਼ਮ ਕਿਤਨੇ ਨੇ ਤੁਹਾਡੇ? ਮੁਲਾਜ਼ਮ ਤਕਰੀਬਨ ਸਾਡੇ ਕੋਲ 18-19 ਕੁ ਹੈ ਨੇ। ਅੱਛਾ, 18-19 ਮੁਲਾਜ਼ਮ। ਤੇ ਹਾਈ ਸਾਹਿਬ ਮਾਸ਼ਾਅੱਲਾ ਤੁਹਾਨੂੰ ਕਿੰਨੇ ਸਾਲ ਹੋ ਗਏ? 3-4 ਸਾਲ ਹੋ ਗਏ ਨੇ ਤਕਰੀਬਨ 3 ਸਾਲ ਦੇ ਰਾਉਂਡ ਹੀ ਹੋਇਆ, 3-3.5 ਸਾਲ ਹੀ ਹੋਏ ਨੇ, ਜ਼ਿਆਦਾ ਅਰਸਾ ਨਹੀਂ ਹੋਇਆ। ਤੇ 3 ਸਾਲ ਦੀ ਤੁਹਾਡੀ ਜਿਹੜੀ ਸਟੈਟ ਹੈ ਇਕਨੋਮਿਕਸ, ਉਹ ਕੀ ਕਹਿੰਦੀ ਹੈ? ਤੁਸੀਂ ਕਿਸ ਸਾਈਡ ਤੇ ਜਾ ਰਹੇ ਹੋ? ਅਸੀਂ ਤੇ ਬਿਹਤਰੀ ਵਾਲੇ ਪਾਸੇ ਜਾ ਰਹੇ ਹਾਂ। ਅੱਲਾਹ ਪਾਕ ਨੇ ਬਹੁਤ ਅੱਛਾ ਰਿਜ਼ਕ ਮਾਲਕ ਦੇ ਰਿਹਾ ਅਲਹਮਦੁਲਿਲਾ ਮਾਸ਼ਾਅੱਲਾ। ਮਤਲਬ ਹੈ ਕਿ ਕੁਝ ਲੋਕਾਂ ਦੇ ਇਹ ਚੀਜ਼ਾਂ ਹੁੰਦੀਆਂ ਨੇ, ਕਿਉਂਕਿ ਹੁਣ ਡੇਅਰੀ ਦੇ ਉੱਤੇ ਕਾਫੀ ਮਹਿੰਗਾਈ ਦੇ ਵਿੱਚ ਬੂਸਟ ਨਹੀਂ ਸੀ, ਪਹਿਲੇ ਬੂਸਟ ਆਇਆ ਸੀ, ਉਹ ਫਿਰ ਡੇਅਰੀ ਜਿਹੜੀ ਹੈ ਨਾ ਥੱਲੇ ਗਈ ਸੀ। ਅਸਲ ਉਹ ਮੈਨੇਜ ਠੀਕ ਨਹੀਂ, ਮੈਨੇਜਮੈਂਟ ਤੇ ਆ ਕੇ ਮਸਲੇ ਬਣਦੇ ਨੇ ਜਦੋਂ ਆਪ ਨਾਲ ਥੋੜੀ ਜਿਹੀ ਮਿਹਨਤ ਕਰੀਏ ਨਾ ਜੀ। ਜੀ ਜੀ। ਮਤਲਬ ਵੰਡਾ ਅੱਛੇ ਤਰੀਕੇ ਨਾਲ ਤੁਸੀਂ ਖਰੀਦ ਨਹੀਂ ਕੀਤਾ, ਜਾਂ ਸਬਜ਼ ਚਾਰਾ ਜਾਂ ਸੈਲਜ ਵਗੈਰਾ ਜਾਂ ਤੂੜੀ ਵਗੈਰਾ, ਸਾਰੇ ਮਾਮਲਾਤ ਨੂੰ ਮੈਨੇਜ ਅੱਛੇ ਤਰੀਕੇ ਨਾਲ ਕਰਾਂਗੇ ਤੇ ਮਾਮਲਾ ਠੀਕ ਹੋਏਗਾ। ਜੀ ਜੀ। ਮਤਲਬ ਤੁਸੀਂ ਤੂੜੀ ਵੰਡੇ ਦੇ ਇਨਗਰੀਡੀਐਂਟਸ ਵਗੈਰਾ ਜਿਹੜਾ ਸਾਰਾ ਕੁਝ ਤੁਸੀਂ ਪਹਿਲੇ ਜਾਨਵਰਾਂ ਦੀ ਜ਼ਰੂਰਤ ਦੇ ਮੁਤਾਬਿਕ? ਹਾਂਜੀ, ਤੂੜੀ ਹੁਣ ਸਾਡੇ ਕੋਲ ਸਾਲ ਦੀ ਸਟਾਕ ਹੁੰਦੀ ਹੈ, ਬਲਕਿ ਪਲੱਸ ਸਾਡੇ ਕੋਲ ਵੱਧ ਜਾਂਦੀ ਹੈ, ਅਸੀਂ ਸੇਲ ਕਰ ਦਿੰਦੇ ਹਾਂ। ਅੱਛਾ।
ਇਸ ਦਫਾ ਤੂੜੀ ਖੈਰ ਉਸ ਹਿਸਾਬ ਨਾਲ ਨਹੀਂ ਸਟਾਕ ਹੋ ਸਕੀ। ਉਹਦਾ ਰੀਜ਼ਨ ਇਹ ਬਣਿਆ ਬਾਰਿਸ਼ਾਂ ਦਾ ਮੌਸਮ ਨਾ, ਉਦੋਂ ਗੰਦਮ ਦੀ ਕੁਟਾਈ ਦੇ ਟਾਈਮ ਬਾਰਿਸ਼ਾਂ ਦਾ ਮੌਸਮ ਬੜਾ ਰਿਹਾ ਖਰਾਬ। ਜੀ ਜੀ। ਉਹਦੀ ਵਜ੍ਹਾ ਤੋਂ ਤੂੜੀ ਸਟਾਕ ਜ਼ਿਆਦਾ ਪੈਮਾਨੇ 'ਤੇ ਨਹੀਂ ਹੋਈ, ਲੇਕਿਨ ਸਾਨੂੰ ਉਮੀਦ ਹੈ ਕਿ ਜ਼ਰੂਰਤ ਨਹੀਂ ਪਏਗੀ। ਸਾਡੀ ਸਾਲ ਦੀ ਤੂੜੀ ਬਿਹਤਰੀਨ ਹੈ। ਤੇ ਅਸੀਂ ਲਈ ਸੀ ਤਕਰੀਬਨ 600 ਦੇ ਰਾਉਂਡ। ਜੀ ਜੀ। 580 600 ਰੁਪਏ ਦੇ ਰਾਉਂਡ 'ਚ ਮਣ ਲਈ ਸੀ। ਹੁਣ ਜੇ ਤੂੜੀ ਲੈਣ ਜਾਈਏ 1000 ਰੁਪਏ ਮਣ ਮਿਲੇਗੀ। ਦੇਖੋ ਨਾ, ਇਹਦੀ ਕਾਸਟ ਵੱਧ ਗਈ ਹੈ ਨਾ, ਤੇ ਜੇ ਉਦੋਂ ਸਟਾਕ ਕੀਤੀ ਤੇ ਉਹ ਫਾਇਦਾ ਹੈ। ਤੇ ਜੇ ਅਗਰ ਅਸੀਂ ਵੱਡੇ ਪੈਮਾਨੇ 'ਚ ਮੁਕੰਮਲ ਸਟਾਕ ਕਰ ਲੈਂਦੇ, ਜਿਵੇਂ ਅਸੀਂ ਗੋਦਾਮ ਬਣਾਏ ਆ ਜੀ ਜੀ, ਤੇ ਤੂੜੀ ਅਸੀਂ ਵਿੱਚੋਂ ਕੋ ਸੇਲ ਕਰ ਲੈਂਦੇ, ਫਿਰ ਇਹ ਤਕਰੀਬਨ ਸਾਨੂੰ ਤੂੜੀ ਦੀ ਜਾਂ ਕਾਸਟ ਬਹੁਤ ਲੂਜ਼ ਪੈ ਜਾਣੀ ਸੀ, ਲੋ ਪੈ ਜਾਣੀ ਸੀ, ਜਾਂ ਹੋ ਸਕਦਾ ਫ੍ਰੀ 'ਚ ਪੈ ਜਾਂਦੀ ਹੈ ਤੂੜੀ। ਅੱਛਾ। ਇਸ ਦਫਾ ਅਸੀਂ ਨਾ ਤੂੜੀ ਉਸ ਹਿਸਾਬ ਨਾਲ ਸਟਾਕ ਨਹੀਂ ਕਰ ਸਕੇ, ਤੇ ਸ਼ਾਇਦ ਉਹ ਸਾਨੂੰ ਜਿਹੜਾ ਨਾ ਇਹ ਤੂੜੀ ਸੇਲ ਨਾ ਕੀਤੀ ਜਾਏ ਸਾਡੇ ਕੋਲ ਇਹ ਹੀ ਆਪਣੇ ਜ਼ਰੂਰਤ ਵਾਸਤੇ। ਕੋਈ ਸਾਡੇ ਜਾਨਵਰ ਵੱਧ ਗਏ ਨੇ। ਪਹਿਲੇ ਸਾਡੇ ਕੋਲ ਦੁੱਧ ਜਾਂਦਾ ਸੀ ਤਕਰੀਬਨ 20-25 ਮਣ ਦੇ ਰਾਉਂਡ 'ਚ। ਜੀ ਜੀ। ਡੇਲੀ ਦਾ 2 ਟਾਈਮ ਦਾ। ਅੱਛਾ। ਹੁਣ ਇਸ ਟਾਈਮ ਸਾਡਾ ਜਾ ਰਿਹਾ ਦੁੱਧ ਕੋ 35 ਮਣ ਦੇ ਰਾਉਂਡ 'ਚ, 40-35 ਮਣ ਦੇ ਰਾਉਂਡ 'ਚ। ਇੱਕ ਟਾਈਮ ਦਾ? 2 ਟਾਈਮ ਦਾ। 2 ਟਾਈਮ ਦਾ। ਉਹ ਫਿਰ ਸਾਡਾ ਦੇਖੋ ਨਾ ਜਾਨਵਰ ਵੱਧ ਗਏ ਨੇ, ਫਿਰ ਉਹ ਗੋਦਾਮ ਤੂੜੀ ਦਾ ਤੇ ਉਹ ਹੀ ਹੈ ਜੀ। ਹਾਂ ਜੀ। ਉਹ ਇਹ ਮਾਮਲੇ ਤੇ ਆ ਕੇ ਨਾ, ਜੇ ਸਾਨੂੰ ਤੂੜੀ ਦੀ ਇਸ ਦਫਾ ਕਾਸਟ ਪੈ ਰਹੀ, ਨਹੀਂ ਤੇ ਫ੍ਰੀ 'ਚ ਪੈਣੀ ਸਾਨੂੰ। ਜੀ ਜੀ। ਮਕਸਦ ਹੈ ਕਿ ਅਗਰ ਕੋਈ ਬੰਦਾ ਡੇਅਰੀ ਫਾਰਮਿੰਗ ਕਰ ਰਿਹਾ, ਉਸ ਨੂੰ ਚਾਹੀਦਾ ਹੈ ਕਿ ਜਿੰਨੇ ਜਾਨਵਰ ਨੇ ਉਹਨੂੰ ਕਮ ਸੇ ਕਮ 6 ਮਹੀਨੇ ਦੀ ਖੁਰਾਕ ਤੇ ਜ਼ਖੀਰਾ ਕਰਨੀ ਚਾਹੀਦੀ। ਨਹੀਂ, ਕੁਝ ਚੀਜ਼ਾਂ 6 ਮਹੀਨੇ ਵਾਲੀਆਂ, ਕੋਈ ਸਾਲ ਵਾਲੀਆਂ ਵੀ ਆ ਨੇ। ਤੂੜੀ ਉਹ ਸਾਲ ਵਾਲੀ ਹੈ, ਉਹ 6 ਮਹੀਨੇ ਵਾਲੀ ਨਹੀਂ ਹੈ। ਹਾਂ, ਸਾਲ ਬਾਅਦ ਹੀ ਆਣੀ ਹੈ। ਉਹ ਸਾਲ ਬਾਅਦ ਹੀ ਤੂੜੀ ਆਣੀ ਹੈ। ਉਸ ਟਾਈਮ ਉਹਦੀ ਕਾਸਟ ਬਹੁਤ ਘੱਟ ਪਏਗੀ, 550 600 ਪੌਣੇ 600 ਦੇ ਰਾਉਂਡ 'ਚ ਸੀ ਪਿਛਲੇ ਸਾਲ। ਇਸ ਦਫਾ ਹੋਰ ਕੋਈ ਪਲੱਸ 50-100 ਰੁਪਇਆ ਹੋ ਜਾਏਗਾ। ਜੀ ਜੀ। ਤੇ ਉਹ ਚੀਜ਼ਾਂ ਜੇ ਸਾਲ ਦੀ ਸਟਾਕ ਹੋਈ ਹੋਏਗੀ ਤੇ ਉਹ ਤੁਹਾਨੂੰ ਈਜ਼ੀ ਰਹੇਗਾ, ਉਹਦੀ ਕਾਸਟ ਘੱਟ ਪਏਗੀ। ਜੇ ਤੁਸੀਂ ਕਈ ਸਾਡੇ ਦੋਸਤ ਨੇ ਹੁਣ ਜਿਹੜੇ ਸ਼ਹਿਰਾਂ 'ਚ ਜਾਨਵਰ ਰੱਖੇ ਨੇ, ਜਾਂ ਉਹਨਾਂ ਕੋਲ ਜਗ੍ਹਾ ਦੀ ਕਿੱਲਤ ਹੈ, ਜੀ ਜੀ, ਉਹ ਡੇਲੀ ਵਾਈਜ਼ ਆ ਮਤਲਬ ਹਰ ਚੀਜ਼ ਖਰੀਦ ਕੇ ਲਿਆ ਰਹੇ ਨੇ। ਤੂੜੀ ਹੋ ਗਈ, ਜਾਂ ਵੰਡਾ ਹੋ ਗਿਆ, ਜਾਂ ਸਬਜ਼ ਚਾਰਾ ਹੋ ਗਿਆ। ਉਹ ਫਿਰ ਜ਼ਾਹਰ ਹੈ ਉਹਦਾ ਫਿਰ ਡੇਲੀ ਦੇ ਹਿਸਾਬ ਨਾਲ ਜੋ ਕਾਸਟ ਹੈ ਅਪ ਡਾਊਨ ਰੇਟ ਚੱਲਦੇ ਰਹਿੰਦੇ ਨੇ। ਉਹਨਾਂ ਨੂੰ ਉਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਨੇ। ਜਾਂ ਮਤਲਬ ਮਿਸਾਲ ਤੌਰ ਤੇ ਮੱਝਾਂ ਖਾਂਗੜ ਹੋਈਆਂ ਨੇ, ਉਹ ਮੱਝਾਂ ਸੇਲ ਕਰ ਦਿੱਤੀਆਂ, ਅੱਗੋਂ ਨਵੀਆਂ ਪਾ ਲਈਆਂ। ਇਸ ਤਰ੍ਹਾਂ ਦੇ ਮਾਮਲਾ ਜਦੋਂ ਡੇਅਰੀਆਂ 'ਚ ਆ ਜਾਣ ਨਾ ਜੀ, ਜੀ ਜੀ, ਉਹ ਡੇਅਰੀ ਤਕਰੀਬਨ ਸਮਝ ਲਓ ਕਿ ਪ੍ਰੋਫਿਟ ਨੂੰ ਖਾਣਾ ਸ਼ੁਰੂ ਕਰ ਲੈਂਦੀ ਹੈ। ਜਾਂ ਪ੍ਰੋਫਿਟ ਲੂਜ਼ ਹੋ ਜਾਏਗੀ, ਜਾਂ ਲਾਸ ਦੀ ਤਰਫ ਚਲੀ ਜਾਏਗੀ। ਸਾਡੇ ਦੀ ਕੋਸ਼ਿਸ਼ ਆਖਰੀ ਹੱਦ ਤੱਕ ਇਹੀ ਹੁੰਦੀ ਹੈ ਕਿ ਜਾਨਵਰ ਨੂੰ ਅਸੀਂ ਖਾਂਗੜ ਜਾਨਵਰ ਤਕਰੀਬਨ ਸੇਲ ਨਹੀਂ ਕਰਦੇ। ਅੱਛਾ। ਅਗਰ ਕੋਈ ਐਸਾ ਮਸਲਾ ਨਾ ਸਾਹਮਣੇ ਆ ਜਾਏ, ਕੋਈ ਥਣਾ ਦਾ ਮਸਲਾ ਆ ਗਿਆ, ਕੋਈ ਮੇਨ ਇਸ਼ੂ ਸਾਹਮਣੇ ਆਇਆ, ਉਹਦੀ ਵਜ੍ਹਾ ਤੋਂ ਜਾਨਵਰ ਸੇਲ ਕਰਦੇ ਆ, ਵਰਨਾ ਨਹੀਂ ਸੇਲ ਕਰਦੇ ਸਾਡੇ। ਜੇ ਸੇਲ ਕਰੀਏ ਵੀ ਤੇ ਅਸੀਂ ਘਰ ਸੋਇਆ ਸੱਜਰ ਜਾਨਵਰ ਜਾਂ ਸੇਲ ਕਰਦੇ ਆ, ਖਾਂਗੜ ਜਾਨਵਰ ਨਹੀਂ ਸੇਲ ਕਰਦੇ। ਅੱਛਾ। ਮਿਸਾਲ ਤੌਰ ਤੇ ਸੱਜਰ ਜਾਨਵਰ ਲਿਆ ਅਗਰ 6 ਲੱਖ ਦਾ, ਜਾਂ 7 ਲੱਖ ਦਾ, ਜਾਂ 5 ਲੱਖ ਦਾ, ਜੀ ਜੀ, ਤੇ ਅਗਰ ਉਹ ਖਾਂਗੜ ਸੇਲ ਕੀਤਾ, ਉਹ ਕਿੰਨੇ ਦਾ ਸੇਲ ਕਰਾਂਗੇ? ਜ਼ਾਹਰ ਹੈ ਹਾਫ ਪ੍ਰਾਈਸ ਤੇ ਸੇਲ ਹੋਏਗਾ। ਜੀ ਜੀ। ਤੇ ਉਹ ਨੁਕਸਾਨ ਹੀ ਹੈ ਨਾ ਜੀ। ਉਹ ਜੀ ਇਸ ਤਰ੍ਹਾਂ ਡੇਅਰੀਆਂ ਸ਼ਾਇਦ ਕਿਸੇ ਵਜ੍ਹਾ ਨਾਲ ਕੋਈ ਇੰਜ ਦੇ ਮਾਮਲਾ ਜਦੋਂ ਬਣਦੇ ਨੇ, ਫਿਰ ਕਾਮਯਾਬ ਨਹੀਂ। ਤੇ ਕੀ ਸਮਝਦੇ ਹੋ ਕਿ ਤੁਸੀਂ ਇੱਥੇ ਡੇਅਰੀ ਤੇ ਕਿੰਨਾ ਟਾਈਮ ਦਿੰਦੇ ਹੋ, ਔਰ ਮਾਲਕ ਦਾ ਟਾਈਮ ਦੇਣਾ ਕਿੰਨਾ ਜ਼ਰੂਰੀ ਹੈ? ਮਾਲਕ ਦਾ ਇਹ ਆਪਣੀ ਮੈਨੇਜਮੈਂਟ ਨੂੰ ਠੀਕ ਕਰੇ, ਬਾਕੀ ਟਾਈਮ ਭਾਵੇਂ ਰਵੇ 24 ਘੰਟੇ ਇੱਥੇ, ਤਾਂ ਵੀ ਕੋਈ ਫਾਇਦਾ ਨਹੀਂ ਜੇ ਉਹਦੀ ਮੈਨੇਜਮੈਂਟ ਠੀਕ ਨਹੀਂ ਹੋਈ। ਅੱਛਾ। ਮਕਸਦ ਹੈ ਕਿ ਵਰਕਰ ਠੀਕ ਹੋਣ, ਮੈਨੇਜਮੈਂਟ ਠੀਕ ਹੋਏ, ਵਰਕਰਾਂ ਦੀ ਦੇਖਭਾਲ ਠੀਕ ਹੋਏ, ਉਹਨਾਂ ਨੂੰ ਖਾਣਾ ਟਾਈਮ ਸਿਰ ਮਿਲੇ, ਉਹਨਾਂ ਨੂੰ ਮੇਨ ਰੀਜ਼ਨ ਹੈ ਸੈਲਰੀ ਟਾਈਮ ਸਿਰ ਮਿਲੇ। ਜੇ ਅਗਰ ਇਹ ਚੀਜ਼ਾਂ ਨਹੀਂ ਦੇਖਣੀਆਂ ਤੇ ਉਹ ਭਾਵੇਂ 24 ਘੰਟੇ ਮਾਲਕ ਉੱਤੇ ਵੇ ਕੀ ਕਰ ਲੇਗਾ? ਮਾਲਕ ਇੱਕ ਇਕੱਲਾ ਫਕਤ ਹੋਏਗਾ, ਜੀ ਜੀ, ਜਾਂ 2 ਜੀ ਹੋਣਗੇ, 3 ਜੀ ਭਾਈ ਹੋਣਗੇ, ਜਾਂ ਉਹਨਾਂ ਦੇ ਮਤਲਬ ਬੇਟਾ ਨਾਲ ਹੋਣਗੇ। ਜੀ ਜੀ। ਤੇ ਅਗਰ ਵਰਕਰਾਂ ਨੂੰ ਨਹੀਂ ਅੱਛੇ ਤਰੀਕੇ ਨਾਲ ਮੈਨੇਜ ਕੀਤਾ ਤੇ ਫਿਰ ਕੰਮ ਨਹੀਂ ਚੱਲੇਗਾ। ਤੇ ਭਾਈ ਸਾਹਿਬ, ਇੱਥੇ ਤੁਸੀਂ ਕੋਈ ਡਾਕਟਰ ਵਗੈਰਾ ਪਰਮਾਨੈਂਟ ਹਾਇਰ ਕੀਤਾ ਹੈ, ਜਾਂ ਕਿ ਤੁਸੀਂ ਗਵਰਨਮੈਂਟ ਦੀ ਸਰਵਿਸਿਜ਼ ਤੋਂ ਹੀ ਫਾਇਦਾ ਲੈ ਰਹੇ ਹੋ? ਨਹੀਂ, ਗਵਰਨਮੈਂਟ ਨਹੀਂ ਫਾਇਦਾ ਦੇ ਰਹੀ ਹੈ ਇਸ ਪਾਸੇ ਸਾਨੂੰ। ਨਹੀਂ, ਗਵਰਨਮੈਂਟ ਦਾ ਕੋਈ ਇੱਥੇ ਵੈਕਸੀਨ ਵਗੈਰਾ ਕੋਈ ਸ਼ਡਿਊਲ ਦੇ ਮੁਤਾਬਿਕ ਕੋਈ ਨਹੀਂ ਐਡਾ ਕੋਈ ਖਾਸ ਸਾਨੂੰ, ਨਾ ਕਦੀ ਅਸੀਂ ਕੋਈ ਮਤਲਬ ਕੋਈ ਕੋਸ਼ਿਸ਼ ਕੀਤੀ ਹੈ, ਨਾ ਸਾਨੂੰ ਕਿਸੇ ਨੇ ਆ ਕੇ ਆਖਿਆ ਵੀ ਮਤਲਬ ਸਾਡੇ ਕੋਲ ਫਾਇਦਾ ਲੈ ਲਓ। ਤੇ ਬਾਕੀ ਅਸੀਂ ਆਪਣਾ ਹੀ ਡਾਕਟਰ ਰੱਖਿਆ ਜੇ। ਅੱਛਾ। ਤੇ ਡਾਕਟਰ ਨੂੰ ਅਸੀਂ ਅੱਛੀ ਸੈਲਰੀ ਦੇ ਰਹੇ ਜੇ। ਅੱਛਾ। ਵੈਕਸੀਨੇਸ਼ਨ ਵਗੈਰਾ ਸਾਰਾ? ਹਾਂਜੀ। ਇਹ ਦੱਸੋ ਕਿ ਫਾਰਮ ਤੇ ਡਾਕਟਰ ਦਾ ਹੋਣਾ, ਮਤਲਬ 250-300 ਜਾਨਵਰ ਹੈ ਤੁਹਾਡੇ ਕੋਲ, ਤੁਸੀਂ 2 ਸੈਟਅਪ ਚਲਾ ਰਹੇ ਹੋ, ਕਿ ਡੇਅਰੀ ਹੈ ਮੇਨ? ਜੀ ਜੀ। ਇੱਕ ਤੁਸੀਂ ਹੋਰ ਵੀ ਸ਼ੁਰੂ ਕੀਤੀ ਹੈ? ਜੀ ਜੀ। ਤੇ ਡਾਕਟਰ ਦਾ ਡੇਅਰੀ ਤੇ ਹੋਣਾ ਕਿੰਨਾ ਜ਼ਰੂਰੀ ਹੈ? ਮੇਰਾ ਖਿਆਲ ਆਂਦਾ ਕਿ ਮਾਲਕ ਨਾ ਵੀ ਹੋਏ ਤਾਂ ਵੀ ਚੱਲ ਜਾਏਗਾ, ਡਾਕਟਰ ਹੋਣਾ ਜ਼ਰੂਰੀ ਹੈ। ਡਾਕਟਰ ਪਹਿਲੇ ਚਾਹੀਦਾ। ਅੱਛਾ। ਮਾਲਕ ਇੰਨਾ ਟਾਈਮ ਨਾ ਵੀ ਦੇਵੇ ਤੇ ਕੰਮ ਚੱਲਦਾ? ਟਾਈਮ ਦਾ ਨਹੀਂ, ਮਾਲਕ ਨਾ ਹੋਏ ਖੈਰ ਸਲਾ, ਡਾਕਟਰ ਜ਼ਰੂਰੀ ਹੈ। ਅੱਛਾ। ਡਾਕਟਰ ਜ਼ਰੂਰੀ ਹੈ, ਸਭ ਤੋਂ ਅਹਿਮ ਚੀਜ਼ ਹੈ, ਡਾਕਟਰ ਦੀ ਜ਼ਰੂਰਤ ਹੈ। ਜੀ ਜੀ। ਕਿਸੇ ਟਾਈਮ ਵੀ ਵੇਲੇ ਕੁ ਜਾਨਵਰ ਨੂੰ ਕੋਈ ਮਸਲਾ ਬਣ ਜਾਂਦਾ, ਫੌਰਨ ਕੋਈ ਮਤਲਬ ਡਾਕਟਰ ਉਹਦੀ ਟ੍ਰੀਟਮੈਂਟ ਕਰ ਸਕੇਗਾ। ਡਾਕਟਰ ਦਾ ਹੋਣਾ ਜ਼ਰੂਰੀ ਹੈ ਜੀ, ਲੇਕਿਨ ਇਹ ਵੇ ਕਿ ਡਾਕਟਰ ਕੋ ਅੱਛਾ ਮਿਲ ਜਾਏ।
ਡਾਕਟਰ ਵੀ ਐਕਸਪਰਟ ਹੋਣਾ ਚਾਹੀਦਾ। ਹਾਂ ਪਹਿਲੀ ਚੀਜ਼ ਤੇ ਸੈਲਰੀ ਕੋ 10-20 ਹਜ਼ਾਰ ਜ਼ਿਆਦਾ ਦੇ ਲਵੇ ਬੰਦਾ, ਡਾਕਟਰ ਅੱਛਾ ਲੱਭੇ। ਡਾਕਟਰ ਐਕਸਪਰਟਿਜ਼ ਦੇ ਉੱਤੇ ਹਾਂ ਜੀ, ਕੰਪਰੋਮਾਈਜ਼ ਨਹੀਂ ਜੀ ਕਰਨਾ ਜੀ ਚਾਹੀਦਾ। ਜੀ। ਬਾਕੀ ਉਹ ਮਾੜਾ ਚੰਗਾ ਸਾਡਾ ਜਿਹੜਾ ਨਾ ਜੀ, ਉਹ ਜਿਹੜਾ ਇਹ ਕਾੜੇ ਛਾੜੇ ਬਣਾਉਣਾ, ਕੋਈ ਮਸਾਲੇ ਮਸੂਲੇ ਦੇਣਾ, ਉਹ ਇੱਕ ਬੰਦਾ ਸਿਆਣਾ ਹੈ, ਹਕੀਮ ਟਾਈਪ ਸਮਝਦਾ ਕੰਮ ਨੂੰ, ਜੀ ਜੀ ਜੀ। ਤੇ ਉਹ ਚਲਾ ਰਿਹਾ ਨਿਜ਼ਾਮ। ਅੱਛਾ, ਮਤਲਬ ਤੁਸੀਂ ਦੋ ਚੀਜ਼ਾਂ ਲੈ ਕੇ ਚੱਲ ਰਹੇ ਹੋ, ਡਾਕਟਰ ਵਿੱਚ ਲੈ ਕੇ ਚੱਲ ਰਹੇ ਹੋ ਔਰ ਇੱਕ ਇੱਕ ਹਕੀਮ ਹਕੀਮ ਨੂੰ ਲੈ ਕੇ ਚੱਲ ਰਹੇ ਆ। ਦੋਨਾਂ ਦਾ ਤਕਰੀਬਨ ਨਾ ਜੀ ਅਸੀਂ ਕੋਈ 1.25 ਲੱਖ ਰੁਪਈਆ ਮਹੀਨੇ ਦਾ ਬਰਦਾਸ਼ਤ ਕਰ ਰਹੇ ਆ। ਔਰ ਉਹ ਕੀ ਲੱਗਦਾ ਹੈ, ਉਹ ਆਪਣੀ ਸੈਲਰੀ ਕੱਢ ਰਹੇ ਨੇ? ਮੇਰਾ ਖਿਆਲ ਤੇ ਇਹ ਕਹਿੰਦਾ ਕਿ ਸਾਨੂੰ ਬਹੁਤ ਜ਼ਿਆਦਾ ਬੈਨੀਫਿਟ ਦੇ ਰਹੇ ਨੇ, ਸੈਲਰੀ ਨਹੀਂ ਨੀਰੀ ਕੱਢ ਰਹੇ ਸਾਨੂੰ, ਪਲੱਸ ਉਹਨਾਂ ਦਾ ਫਾਇਦਾ ਹੋ ਰਿਹਾ ਹੈ। ਮਾਸ਼ਾਅੱਲਾ। ਮਤਲਬ ਇਸ ਵੀਡੀਓ ਦੇ ਵਿੱਚ ਇਜਾਜ਼ਤ ਲੈਂਦੇ ਆ, ਨੈਕਸਟ ਇਹਨਾਂ ਦਾ ਥੋੜਾ ਬੰਦਾ ਜਿਹੜਾ ਦੁਬਾਰਾ ਰੀਨਿਊ ਕਰਕੇ ਕੁਝ ਅਗਰ ਕੋਈ ਚੇਂਜਿੰਗ ਆਈ ਹੈ ਤਾਂ ਉਹ ਦੋਸਤਾਂ ਨਾਲ ਸ਼ੇਅਰ ਕਰਨਾ ਹੈ। ਬਹੁਤ ਸ਼ੁਕਰੀਆ।